ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਚੰਡੀਗੜ੍ਹ ਨਗਰ ਨਿਗਮ ਨੇ ਪਾਸ ਕੀਤਾ 1725 ਕਰੋੜ ਰੁਪਏ ਦਾ ਬਜਟ। ਹੰਗਾਮੇ ਦੇ ਵਿਚਕਾਰ ਪਾਸ ਹੋਇਆ ਬਜਟ। ਹਰਚਰਨ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਕੀਤੇ ਸਵਾਲ। ਕਿਹਾ ਸਿੱਧੂ ਦੱਸੇ ਉਸਨੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਆਪਣੀ ਤਾਕਤ ਕਿਉਂ ਨਹੀਂ ਵਰਤੀ। ਅਧਿਆਪਕ ਨੇਤਾ ਜਰਨੈਲ ਸਿੰਘ ਨੇ ਕੀਤੇ ਕਈ ਅਹਿਮ ਖੁਲਾਸੇ। ਕਾਂਗਰਸ ਖਿਲਾਫ ਸਖਤ ਕਾਰਵਾਈ ਦੀ ਕੀਤੀ ਮੰਗ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੰਡੀਗੜ੍ਹ ਨਗਰ ਨਿਗਮ ਦੀ ਹੋਈ ਅਹਿਮ ਬੈਠਕ ਦੀ। ਤਾਂ ਇਸ ਬੈਠਕ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬਜਟ ਪਾਸ ਕਰ ਦਿੱਤਾ ਗਿਆ। 1725 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਹਾਲਾਂਕਿ ਇਸ ਮੀਟਿੰਗ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋਇਆ। ਕੌਂਸਲਰਾਂ ਨੇ ਜੰਮ ਕੇ ਹੰਗਾਮਾ ਕੀਤਾ ਤੇ ਨਾਲ ਹੀ ਪਿੰਡਾਂ ਦੀ ਅਣਦੇਖੀ ਕਰਨ ਦੇ ਆਰੋਪ ਵੀ ਲਗਾਏ ਗਏ। ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਨਗਰ ਨਿਗਮ ਦੀ ਬੈਠਕ ਹੋਈ, ਜਿਸ ਵਿੱਚ ਪੇਸ਼ ਹੋਏ ਬਜਟ ਉੱਤੇ ਚਰਚਾ ਹੋਈ ਅਤੇ ਚਰਚਾ ਵਿੱਚ ਖੂਬ ਹੰਗਾਮਾ ਵੀ ਹੋਇਆ। ਹੰਗਾਮੇ ਵਿੱਚ 1725 ਕਰੋੜ ਦਾ ਬਜਟ ਪਾਸ ਹੋ ਗਿਆ। ਬਜਟ ਨੂੰ ਲੈ ਕੇ ਸਾਰੇ ਕੌਂਸਲਰਾਂ ਨੇ ਕਈ ਸਵਾਲ ਚੁੱਕੇ, ਜਿਸ ਵਿੱਚ 3 ਗੁਣਾ ਜੋ ਪਾਣੀ ਦੇ ਰੇਟ ਵਧਾਏ ਗਏ ਸੀ ਕਿ ਉਹ ਮਾਰਚ ਤੋਂ ਬਾਅਦ ਫਿਰ ਤੋਂ ਵਧਣਗੇ। ਇਸ ਨੂੰ ਲੈ ਕੇ ਖੂਬ ਹੰਗਾਮਾ ਹੋਇਆ। ਇਸ ਤੇ ਮੇਅਰ ਨੇ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਨਾ ਤਾਂ ਕੋਈ ਵੱਖਰਾ ਟੈਕਸ ਲਗਾਇਆ ਜਾਏਗਾ ਅਤੇ ਨਾ ਹੀ ਪਾਣੀ ਦੇ ਰੇਟ ਵਧਣਗੇ। ਇਸ ਨੂੰ ਲੈ ਕੇ ਉਹਨਾਂ ਨੂੰ ਕੁਝ ਵੀ ਕਰਨਾ ਹੋਇਆ ਤਾਂ ਉਹ ਕਰਨਗੇ, ਚਾਹੇ ਉਹਨਾਂ ਨੂੰ ਗਵਰਨਰ ਦੇ ਕੋਲ ਹੀ ਕਿਉਂ ਨਾ ਜਾਣਾ ਪਵੇ। 25.19 ਕਰੋੜ ਦਾ ਬਜਟ ਪਾਸ ਕੀਤਾ ਗਿਆ ਹੈ। ਉਹਦੇ ਚ ਕੁੱਲ ਆਮਦਨੀ ਖਰਚ 2021 ਤੋਂ 22 ਤੋਂ ਲੈ ਕੇ 985.18 ਕਰੋੜ ਰੁਪਏ ਹੈ ਤੇ ਕੁੱਲ ਤਜਵੀਜ਼ਾਂ ਆਮਦਨੀ ਖਰਚ 2022 ਤੋਂ 1323.77 ਕਰੋੜ ਹੈ ਤੇ ਰਿਵਾਈਜ਼ਡ ਐਸਟੀਮੇਟ ਸਾਡਾ 1155.61 ਕਰੋੜ ਹੈ ਤੇ ਬਜਟ ਐਸਟੀਮੇਟ ਸਾਡਾ 1725.19 ਕਰੋੜ ਰੁਪਏ ਹੈ। ਤੇ ਇਹਦੇ ਵਿੱਚ ਬਜਟ ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਵਿੱਚ ਕਈ ਨਵੇਂ ਪਿੰਡ ਵੀ ਸ਼ਾਮਲ ਹੋਏ ਜੀ। ਐਵੇਂ ਦੀ ਕੋਈ ਗੱਲ ਨਹੀਂ ਹੈ। ਜਿਵੇਂ ਦੇਖੋ ਅੱਜ ਉਹਨਾਂ ਦੀ ਰਿਕੁਆਇਰਮੈਂਟ ਆ ਗਈ ਕਿ ਮੀਟਿੰਗਸ ਹੋਣਗੀਆਂ, ਜੋ ਏਜੰਡਾ ਉਹ ਲੈ ਕੇ ਆਣਗੇ ਡਿਵੈਲਪਮੈਂਟ ਲਈ। ਅੱਜ ਵੀ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਮੈਂ ਪਹਿਲਾਂ ਵੀ ਉਹਨਾਂ ਨਾਲ ਸੀਗੀ, ਕਦੇ ਮੈਂ ਪਾਰਟੀ ਲੈਵਲ ਦੀ ਗੱਲ ਕੀਤੀ ਨਹੀਂ ਹੈਗੀ ਕਿ ਅਸੀਂ ਐਜ਼ ਏ ਹਾਊਸ ਅਗਰ ਐਂਟਰੀ ਕਰਤੀ ਹੈ ਤੇ ਅਸੀਂ ਸਾਰੇ ਮਿਲ ਕੇ ਚੰਡੀਗੜ੍ਹ ਤੇ ਪਿੰਡਾਂ ਦਾ ਡਿਵੈਲਪਮੈਂਟ ਕਰਨੀ ਹੈ। ਉਧਰ ਕਾਂਗਰਸ ਕਾਉਂਸਲਰ ਗੁਰਪ੍ਰੀਤ ਗਾਬੀ ਨੇ ਗਊਸ਼ਾਲਾ ਦਾ ਮੁੱਦਾ ਚੁੱਕਿਆ, ਜਿੱਥੇ ਉਹਨਾਂ ਨੇ ਕਿਹਾ ਕਿ ਇੰਡਸਟਰੀਅਲ ਏਰੀਆ ਵਿੱਚ ਗਊਸ਼ਾਲਾ ਦੀ ਮਾੜੀ ਹਾਲਤ ਹੈ। ਨਗਰ ਨਿਗਮ ਲਗਾਤਾਰ ਕਾਓ ਸੈਸ ਦੀ ਵਸੂਲੀ ਲੋਕਾਂ ਤੋਂ ਕਰਦਾ ਆਇਆ ਹੈ, ਪਰ ਉਸ ਗਊਸ਼ਾਲਾ ਦੀ ਨੁਹਾਰ ਹਾਲੇ ਤੱਕ ਨਹੀਂ ਬਦਲੀ। ਇਸ ਦੇ ਇਲਾਵਾ ਉਹਨਾਂ ਨੇ ਪਾਣੀ ਦੇ ਰੇਟ ਦਾ ਮੁੱਦਾ ਵੀ ਚੁੱਕਿਆ ਤੇ ਮੇਅਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪਾਣੀ ਦੇ ਰੇਟ ਨਹੀਂ ਵਧਣਗੇ। ਮੇਅਰ ਸਾਹਿਬਾ ਬਜਟ ਤੋਂ ਵਾਕਫ ਨਹੀਂ ਸਨ ਕਿ ਬਜਟ ਦੇ ਵਿੱਚ ਕੀ ਚੀਜ਼ਾਂ ਹੈਗੀਆਂ। ਅਸੀਂ ਕਈ ਚੀਜ਼ਾਂ ਰੱਖੀਆਂ, ਜਿਵੇਂ ਅਸੀਂ ਰੱਖਿਆ ਸਭ ਤੋਂ ਪਹਿਲੇ ਕਿ ਵੀ ਅਸੀਂ ਗਊ ਮਾਤਾ ਨੂੰ ਸਾਰੇ ਪੂਜਦੇ ਹਾਂ, ਅਸੀਂ ਗਊਸ਼ਾਲਾ ਬਣਾ ਰਹੇ ਹਾਂ ਔਰ ਤੁਸੀਂ ਉਹਦੇ ਵਿੱਚ ਅਸੀਂ ਕਾਉਸੈਸ ਦਿੰਦੇ ਹਾਂ ਔਰ ਤੁਸੀਂ ਉਸ 'ਚ ਪ੍ਰਾਵਧਾਨ ਰੱਖਿਆ 18 ਕਰੋੜ ਦਾ ਗਊਸ਼ਾਲਾ ਲਾਉਣ ਤੇ ਜਿਹੜੀ ਇੰਡਸਟਰੀ ਦੀ ਗਊਸ਼ਾਲਾ ਦਾ ਇੰਨਾ ਮਾੜਾ ਹਾਲ ਉਹਨਾਂ ਨੂੰ ਪਤਾ ਹੀ ਨਹੀਂ। ਸੋ ਕਹਿੰਦੀ ਨਹੀਂ ਜੀ ਇਹਦਾ ਬਜਟ ਨਾਲ ਕੋਈ ਲੈਣ ਦੇਣ ਨਹੀਂ। ਉਹਨੂੰ ਕਰੈਕਟ ਕੀਤਾ ਕਿ ਮੈਡਮ ਸਾਹਿਬਾ ਤੁਹਾਡੀ ਨੇਕ ਨੀਤੀ ਹੋ ਸਕਦੀ ਹੈ, ਲੇਕਿਨ ਇਹਦੇ ਵਿੱਚ ਪ੍ਰਾਵਧਾਨ ਹੈਗਾ, ਤੁਹਾਨੂੰ ਪਤਾ ਨਹੀਂ ਹੈ, ਉਹਦੇ ਉੱਤੇ ਗੱਲ ਕਰ ਰਹੇ ਹਾਂ। ਸੈਕੰਡਲੀ ਇਹਨਾਂ ਨੇ ਇਸ ਵਾਰ ਰੱਖਿਆ 2022-23 ਦੇ ਵਿੱਚ ਕਿ ਅਸੀਂ 156 ਕਰੋੜ ਰੁਪਇਆ ਸੀਵਰੇਜ ਸੈਸ ਔਰ ਵਾਟਰ ਤੋਂ ਇਕੱਠਾ ਕਰਾਂਗੇ। ਪਿਛਲੀ ਵਾਰ ਜੋ 2021-22 ਸੀ ਉਸ 'ਚ ਇਹਨਾਂ 150 ਦਾ ਟੀਚਾ ਰੱਖਿਆ ਸੀ, ਉਸ 'ਚ ਇਹਨਾਂ ਨੇ 3 ਗੁਣਾ ਜਿਹੜੇ ਹੈ ਉਹ ਰੇਟ ਵਧਾਤੇ ਸੀ ਪਾਣੀ ਦੇ। ਠੀਕ ਹੈ ਜੀ, ਉਹਦੇ ਨਾਲ ਹੀ ਜੋ ਪਾਣੀ ਦੇ ਰੇਟ ਵਧਦੇ ਉਹਦਾ ਸੀਵਰੇਜ ਸੈਸ ਵੀ ਵੱਧ ਜਾਂਦਾ ਤੇ ਉਹ ਲੋਕਾਂ ਦੇ ਉੱਤੇ ਬਹੁਤ ਵੱਡਾ ਬੋਝ ਪਿਆ ਸੀ। ਐਤਕੀ ਮੈਂ ਇਹਨਾਂ ਨੂੰ ਪੁੱਛਿਆ ਜੇ ਤੁਸੀਂ 156 ਕਰੋੜ ਜਿਹੜਾ ਲਾਇਆ ਹੈ ਤੁਸੀਂ ਇਕੱਠਾ ਕਿੱਦਾਂ ਕਰਨਾ ਹੈ, ਤਾਂ ਤੁਸੀਂ ਦੇਖ ਰਹੇ ਹੋਗੇ ਕਿ ਸਾਰਾ ਹਾਊਸ 15 ਮਿੰਟ ਵਾਸਤੇ ਸ਼ਾਂਤ ਹੋ ਗਿਆ। ਨਾ ਮੈਡਮ ਮੇਅਰ ਸਾਹਿਬਾਂ ਨੂੰ, ਕਮਿਸ਼ਨਰ ਜੀ ਨੂੰ, ਨਾ ਇਹਨਾਂ ਦੇ ਡਿਪਟੀ ਸਾਹਿਬ ਨੂੰ ਤੇ ਨਾ ਸੈਕਟਰੀ ਸਾਹਿਬ ਨੂੰ ਉਸ ਗੱਲ ਦੇ ਉੱਤੇ ਜਵਾਬ ਨਹੀਂ ਸੀ ਆ ਰਿਹਾ। ਉੱਥੇ ਹੀ ਬਜਟ ਵਿੱਚ ਪਿੰਡਾਂ ਦੀ ਅਣਦੇਖੀ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਦੀਪ ਸਿੰਘ ਨੇ ਚੁੱਕਿਆ। ਉਹਨਾਂ ਨੇ ਕਿਹਾ ਕਿ ਇਹ ਬਜਟ ਕਾਫੀ ਨਿਰਾਸ਼ਾਜਨਕ ਹੈ, ਜਿਸ ਵਿੱਚ ਪਿੰਡ ਦੇ ਵਿਕਾਸ ਦੀ ਕੋਈ ਚਰਚਾ ਨਹੀਂ ਕੀਤੀ ਗਈ। ਪਿੰਡ ਨੂੰ ਨਗਰ ਨਿਗਮ ਵਿੱਚ ਸ਼ਾਮਲ ਤਾਂ ਕਰ ਲਿਆ ਗਿਆ, ਪਰ ਕੰਮਾਂ ਦਾ ਵਿਕਾਸ ਕਿਵੇਂ ਹੋਵੇਗਾ ਇਸ ਉੱਤੇ ਇਸ ਬਜਟ ਵਿੱਚ ਕੁਝ ਨਹੀਂ ਹੈ। ਮੈਂ ਅੱਜ ਜਦੋਂ ਪਿੰਡਾਂ ਦੀ ਗੱਲ ਕਰ ਰਿਹਾ ਸੀ, ਪੇਜ ਨੰਬਰ 47 ਦੇ ਇਹਨਾਂ ਨੇ ਲਿਖਿਆ ਹੋਇਆ ਜਿਹੜੇ ਨਗਰ ਨਿਗਮ ਦੇ ਅੰਦਰ ਪਿੰਡ ਪਹਿਲਾਂ ਤੋਂ ਨੇ 9 ਪਿੰਡ, ਉਹਨਾਂ ਬਾਰੇ ਲਿਖਿਆ ਸੀਗਾ ਕਿ ਉਹਨਾਂ ਦੇ ਸਾਰੇ ਕੰਮ ਜਿਹੜੇ ਕੰਪਲੀਟ ਹੋ ਗਏ ਨੇ। ਮੈਂ ਪੁੱਛਿਆ ਉੱਥੇ ਦੇ ਮੇਰੇ ਸਾਥੀ ਜਿਹੜੇ ਕਾਉਂਸਲਰ ਸਾਹਿਬਾਨ ਸੀਗੇ ਉਹਨਾਂ ਪਿੰਡਾਂ ਦੇ, ਹੱਲੋ ਮਾਜਰੇ ਵਾਲਿਆਂ ਨੂੰ, ਕਜੇੜੀ ਵਾਲਿਆਂ ਨੂੰ, ਪਲਸੌਰੇ ਵਾਲਿਆਂ ਨੂੰ, ਕੀ ਉੱਥੇ ਕੰਮ ਹੋ ਚੁੱਕਿਆ ਹੈ ਪੂਰਾ? ਹਾਲਾਤ ਦੇਖੋ ਜਾ ਕੇ ਬਦ ਤੋਂ ਬੱਤਰ ਨੇ ਪਿੰਡਾਂ ਦੇ ਹਾਲਾਤਾਂ ਬਾਰੇ ਕੋਈ ਨਹੀਂ ਸੋਚ ਰਿਹਾ। ਮੈਨੂੰ ਤਾਂ ਉਮੀਦ ਸੀ ਕਿ ਇਹ ਪਿੰਡਾਂ ਤੋਂ ਮੇਅਰ ਆਈ ਹੈ ਕਿ ਪਿੰਡਾਂ ਦੇ ਬਾਰੇ ਕੁਝ ਸਪੈਸ਼ਲ ਹੋਏਗਾ, ਮਗਰ ਕੁਝ ਵੀ ਇਹਦੇ ਵਿੱਚ ਨਹੀਂ ਸੀ।
ਦੂਜੇ ਪਾਸੇ ਹਰਪ੍ਰੀਤ ਕੌਰ ਬੱਬਲਾ ਨੇ ਪ੍ਰਾਇਮਰੀ ਹੈਲਥ ਐਜੂਕੇਸ਼ਨ ਅਤੇ ਸੈਕਟਰ 27 ਅਤੇ 28 ਵਿੱਚ ਬਾਂਦਰਾ ਦੇ ਆਤੰਕ ਦਾ ਮੁੱਦਾ ਸਦਨ ਵਿੱਚ ਚੁੱਕਿਆ। ਉਹਨਾਂ ਨੇ ਕਿਹਾ ਕਿ ਇਹਨਾਂ ਦੋਨੇ ਮੁੱਦਿਆਂ ਉੱਤੇ ਵੀ ਬਜਟ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਦੋਨੇ ਮੁੱਦੇ ਜਨਤਾ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ। ਸਭ ਤੋਂ ਜ਼ਿਆਦਾ ਵੱਡਾ ਮੁੱਦਾ ਹੈ ਉਹਨਾਂ ਦੇ ਏਰੀਆ ਵਿੱਚ ਬਾਂਦਰਾ ਦਾ ਆਤੰਕ ਹੈ, ਪਰ ਇਸ ਨੂੰ ਲੈ ਕੇ ਕਦੇ ਵੀ ਨਗਰ ਨਿਗਮ ਅਤੇ ਪ੍ਰਸ਼ਾਸਨ ਨੇ ਕੋਈ ਕਾਰਜ नहीं ਕੀਤਾ। सेक्टर 27-28 की ही प्रॉब्लम नहीं है, ये पूरे शहर की प्रॉब्लम है। और अब तो इतना बढ़ चुका है कि जो पार्क्स हम एक तरफ कह रहे हैं कि हम बहुत सुंदर सुंदर पार्क्स बना रहे हैं बच्चों के खेलने के लिए, बुज़ुर्गों के सैर करने के लिए, पर मैं ये बताना चाहती हूँ कि दोनों जने ये जो फैसिलिटी है इसको अवेल नहीं कर पा रहे। रीज़न भी क्योंकि इतना ज़्यादा मंकी मैंने फैल चुका है कि अभी पिछले हफ्ते 2-3 बच्चों को मंकी से सेक्टर 28 में मंकी काटा है। तो मैंने अपील की फॉरेस्ट डिपार्टमेंट से, वो लोग आए अपने पिंजरे लेके, पर वो एक बहुत टेम्परेरी सा तरीका है। मुझे लगता है कि हमें वहाँ पे कुछ महीनों के लिए ऐसे बंदे छोड़ने पड़ेंगे जो कि लंगूर की आवाज़ निकालते हैं, क्योंकि मैंने देखा कि पिछले 2-3 सालों से मैं और बबला जी अपनी पॉकेट से खर्च कर रहे हैं और हम इन लोगों को हायर करते हैं लंगूर भगाने के लिए। पर मैंने देखा कि कुछ भी एडमिनिस्ट्रेशन या म्यूनसिपल कॉरपोरेशन की तरफ से या फॉरेस्ट की कोई ऐसा स्टेप नहीं उठाया जा रहा जो कि एक परमानेंट इलाज कर पाए। ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਵੱਲੋਂ ਵੀ ਲਗਾਤਾਰ ਵਿਰੋਧ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਬਜਟ ਉੱਤੇ ਜਨਤਾ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਬੋਝ ਨਹੀਂ ਲੱਗਣਾ ਚਾਹੀਦਾ ਹੈ ਅਤੇ ਨਾ ਹੀ ਜਨਤਾ ਉੱਤੇ ਕੋਈ ਟੈਕਸ ਲੱਗਣਾ ਚਾਹੀਦਾ ਹੈ। ਕਾਫੀ ਸਾਡੇ ਕੁਐਰੀ ਸੀ ਸਾਡੀ ਪਾਰਟੀ ਵੱਲੋਂ ਜਿਹੜੇ ਕਿ ਅੱਜ ਸਾਡੇ ਪਾਰਟੀ ਦੇ ਵੱਖ-ਵੱਖ ਨੁਮਾਇੰਦਿਆਂ ਨੇ ਮੇਅਰ ਸਾਹਿਬ ਅੱਗੇ ਰੱਖੇ, ਕਿਉਂਕਿ ਚੇਅਰ ਹੈ ਤੇ ਚੇਅਰ ਨੂੰ ਹੀ ਅਸੀਂ ਐਡਰੈਸ ਕਰਦੇ ਹਾਂ। ਸੋ ਉੱਥੋਂ ਸਾਨੂੰ ਕਲੈਰੀਫਿਕੇਸ਼ਨ ਹੋਈਆਂ ਨੇ ਕਿਉਂਕਿ ਬਜਟ ਚੰਡੀਗੜ੍ਹ ਦੀ ਡਿਵੈਲਪਮੈਂਟ ਲਈ ਹੈ। ਔਰ ਸਭ ਤੋਂ ਵੱਡਾ ਮੇਨ ਪੁਆਇੰਟ ਜਿਹੜਾ ਅੱਜ ਕਾਂਗਰਸ ਪਾਰਟੀ ਨੇ ਵੀ ਰੱਖਿਆ ਸੀ, ਮੈਂ ਇੱਥੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ, ਮੈਂ ਇਹ ਚਾਹੁੰਦਾ ਵਾਂ ਵੀ ਅਗਰ ਉਸ ਪਾਣੀ ਦੇ ਵਿੱਚ ਪਹਿਲਾਂ ਤੁਸੀਂ 150 ਕਰੋੜ ਰੁਪਏ ਦਾ ਬਜਟ ਰੱਖਿਆ ਸੀ, ਐਤਕੀ ਤੁਸੀਂ ਵਧਾ ਕੇ ਲੈ ਕੇ ਆਏ ਹੋ, ਔਰ ਜਦ ਕਿ ਤੁਸੀਂ ਗਵਰਨਰ ਸਾਹਿਬ ਤੋਂ ਮਾਰਚ ਤੱਕ ਉਹਦਾ ਜਿਹੜਾ 3 ਗੁਣਾ ਰੇਟ ਆ ਉਹ ਰੁਕਵਾ ਚੁੱਕੇ ਹੋ, ਫਿਰ ਦੁਬਾਰਾ 156 ਕਰੋੜ ਲੈ ਕੇ ਆਏ ਹੋ। ਸੋ ਉਹ ਸਾਡਾ ਇੱਕ ਮੇਨ ਮੁੱਦਾ ਉਹ ਸੀ, ਚਾਹੇ ਕਾਂਗਰਸ ਪਾਰਟੀ ਦਾ ਸੀ ਚਾਹੇ ਸਾਡੀ ਪਾਰਟੀ ਦਾ ਸੀ, ਅਸੀਂ ਜੁਆਇੰਟਲੀ ਅਸੀਂ ਉਹਦਾ ਇੱਕ ਵਿਰੋਧ ਕੀਤਾ। ਔਰ ਮੇਅਰ ਸਾਹਿਬ ਨੇ ਸਾਨੂੰ ਉਸ 'ਚ ਵਿਸ਼ਵਾਸਨ ਵੀ ਦਿੱਤਾ ਹੈ ਕਿ ਮੈਂ ਚੰਡੀਗੜ੍ਹ ਦੀ ਜਨਤਾ ਦੇ ਉੱਤੇ ਪਾਣੀ ਦਾ ਰੇਟ ਨਹੀਂ ਵਧਣ ਦਿਆਂਗੀ, ਤੁਹਾਡੇ ਨਾਲ ਮਿਲ ਕੇ ਧਰਨਾ ਲਾਵਾਂਗੀ। ਸੋ ਇਸ 'ਤੇ ਕੋਈ ਰਾਜਨੀਤਿਕ ਨਹੀਂ ਕਰਨੀ। ਤਿੰਨਾਂ ਪਾਰਟੀਆਂ ਦਾ ਸਾਡਾ ਜੇ ਅੰਦਰ ਇਹ ਹਾਊਸ 'ਚ ਫੈਸਲਾ ਹੋ ਗਿਆ ਕਿ ਜਦੋਂ ਕਿਤੇ ਲੋੜ ਪਊਗੀ ਧਰਨਾ ਲਾਉਣ ਦੀ, ਚੰਡੀਗੜ੍ਹ ਦੀ ਜਨਤਾ ਲਈ ਅਸੀਂ ਇਕੱਠੇ ਹੋਵਾਂਗੇ। ਦੱਸ ਦਿੰਦੇ ਆ ਕਿ ਕੇਂਦਰ ਸਰਕਾਰ ਆਮ ਬਜਟ ਨਾਲ ਦੇਸ਼ ਦੇ ਖਰਚੇ, ਵਿਕਾਸ ਤੇ ਭਵਿੱਖ ਦੀਆਂ ਯੋਜਨਾਵਾਂ ਤੈਅ ਕਰਦੀ ਹੈ, ਜਿਸ ਵਿੱਚ ਆਮ ਲੋਕਾਂ ਦੇ ਕਈ ਇੱਕ ਪਰਿਵਾਰ ਆਪਣੀ ਕਮਾਈ ਤੇ ਖਰਚ ਦਾ ਹਿਸਾਬ ਲਗਾਉਂਦੇ ਹਨ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਉਧਰ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨਾ ਸਿਰਫ ਕਾਂਗਰਸ ਬਲਕਿ ਆਮ ਆਦਮੀ ਪਾਰਟੀ ਤੇ ਵੀ ਕਈ ਤਰ੍ਹਾਂ ਦੇ ਆਰੋਪ ਲਗਾਏ ਤੇ ਨਾਲੋਂ ਨਾਲ ਸਵਾਲ ਖੜੇ ਕੀਤੇ। ਸਭ ਤੋਂ ਵੱਡਾ ਸਵਾਲ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਦੇ ਲਈ ਨਵਜੋਤ ਸਿੰਘ ਸਿੱਧੂ ਨੇ ਆਪਣੀ ਤਾਕਤ ਕਿਉਂ ਨਹੀਂ ਵਰਤੀ। ਅੱਜ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹਦਾ ਸੰਬੰਧ ਕਾਂਗਰਸ ਪਾਰਟੀ ਨਾਲ ਵੀ ਹੈ और आम आदमी पार्टी नाल भी है और श्रोमणी अकाली दल नाल भी है, क्योंकि तुसीं देख रहे हो कि रोज़ रोज़ बल्कि कई महीनों तो लगभग 1.5 साल तो जिस तरह मैं पहला भी कहा कि पंजाब दीयां कंधां कंधां ते लिखिया होया कि एक मौका केजरीवाल नूं, तो मेरा एक काउंटर क्वेश्चन है और वो क्यों आ भी तुहानूं दस्सां कि पंजाब तो मौका मंगण तो पहलां ਇਹ ਦੱਸਿਆ ਜਾਏ ਕਿ ਪੰਜਾਬੀਆਂ ਨੂੰ ਔਰ ਪੰਜਾਬੀ ਬੋਲੀ ਨੂੰ ਔਰ ਖਾਲਸਾ ਪੰਥ ਦੇ ਨੁਮਾਇੰਦਿਆਂ ਨੂੰ, ਸਿੱਖਾਂ ਨੂੰ ਦਿੱਲੀ ਵਿੱਚ, ਦਿੱਲੀ ਸਰਕਾਰ ਵਿੱਚ, ਆਮ ਆਦਮੀ ਪਾਰਟੀ ਵਿੱਚ ਕਿਹੜੇ ਪੰਜਾਬੀ ਨੂੰ ਕੇਜਰੀਵਾਲ ਨੇ ਮੌਕਾ ਦਿੱਤਾ ਜਿਹੜਾ ਕਿ ਪੰਜਾਬੀਆਂ ਤੋਂ ਮੌਕਾ ਮੰਗ ਰਿਹਾ। मैं इन्हां दा सारा ही सरकार दा ढांचा चैक करके आया। किसी भी मंत्री का तुहानूं पता ही है, कोई मंत्री सिख नहीं है, पंजाबी भी नहीं है, कोई चेयरमैन पंजाबी भी नहीं है, सिख भी नहीं है, कोई ऑफिसर किसी भी वड्डे अहुदे ते पंजाबी भी नहीं है, सिख भी नहीं है, किसी भी बोर्ड का डायरैक्टर सिख भी नहीं है,
ਪੰਜਾਬੀ ਵੀ ਨਹੀਂ ਹੈ। ਜਦੋਂ ਮੈਂ ਪੰਜਾਬੀ ਕਹਿ ਰਿਹਾ ਤਾਂ ਮੈਂ ਇੱਥੋਂ ਤੱਕ ਵੀ ਜਾਣਾ ਕਿ ਪੰਜਾਬੀ origin ਦਾ, ਪੰਜਾਬੀ ਮੂਲ ਦਾ, ਜਿਹਦਾ ਕਿ ਅੱਗੋਂ ਪਿੱਛੋਂ ਕੋਈ ਪੰਜਾਬੀ ਹੋਵੇ, ਜਿਹਦਾ ਪਰਿਵਾਰ ਕਿਤੇ ਪਹਿਲਾਂ ਪੰਜਾਬ 'ਚ ਰਹਿ ਚੁੱਕਾ ਹੋਵੇ, ਉਹ ਵੀ ਇਨਕਲੂਡ ਕਰਦਾ ਵਿੱਚ ਮੈਂ। ਕਿਸੇ ਇੱਕ ਪੰਜਾਬੀ ਨੂੰ, ਕਿਸੇ ਇੱਕ ਸਰਦਾਰ ਨੂੰ, ਕਿਸੇ ਇੱਕ ਸਿੱਖ ਨੂੰ, ਕਿਸੇ ਇੱਕ ਦਿੱਲੀ 'ਚ ਵਸੇ ਹੋਏ ਪੰਜਾਬੀ origin ਦੇ ਬੰਦੇ ਨੂੰ ਕੇਜਰੀਵਾਲ ਸਰਕਾਰ ਦੇ ਵਿੱਚ ਪੋਲੀਟੀਕਲੀ, ਬਿਊਰੋਕ੍ਰੈਟਿਕਲੀ, ਸਿਵਲ ਸਰਵਿਸ ਦੇ ਵਿੱਚ ਜਾਂ ਕਿਸੇ ਵੀ ਸਰਵਿਸ ਦੇ ਵਿੱਚ ਕੋਈ ਮੌਕਾ ਨਹੀਂ ਦਿੱਤਾ ਗਿਆ। ਉਧਰ ਆਮ ਆਦਮੀ ਪਾਰਟੀ ਵੱਲੋਂ ਵੀ ਜਰਨੈਲ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਨੇ ਕਾਂਗਰਸ ਉੱਪਰ ਕਈ ਤਰ੍ਹਾਂ ਦੇ ਆਰੋਪ ਲਗਾਏ ਨੇ। ਕਾਂਗਰਸ ਉੱਪਰ ਉਹਨਾਂ ਨੇ ਜਾਲੀ ਵੋਟਾਂ ਬਣਾਉਣ ਦੇ ਆਰੋਪ ਲਗਾਏ ਤੇ ਨਾਲੋਂ ਨਾਲ ਕਿਹਾ ਕਿ ਇਸ ਦੇ ਸਬੂਤ ਵੀ ਉਹਨਾਂ ਵੱਲੋਂ ਇਲੈਕਸ਼ਨ ਕਮਿਸ਼ਨ ਕੋਲ ਭੇਜੇ ਗਏ ਨੇ। ਰੱਖਣ ਚੱਲੇ ਆ ਮਸਲਾ ਲੁਧਿਆਣਾ ਵੈਸਟ ਹਲਕੇ ਨਾਲ ਜੁੜਿਆ, ਜਿੱਥੋਂ ਐਮਐਲਏ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਜੀ ਨੇ ਕਾਂਗਰਸ ਪਾਰਟੀ ਕਿਸ ਤਰੀਕੇ ਆਪਣੀ ਹਾਰ ਨੂੰ ਸਾਹਮਣੇ ਵੇਖ ਕੇ ਕਿਹਨਾਂ ਘਟੀਆਂ ਹਰਕਤਾਂ ਤੇ ਸਾਜ਼ਿਸ਼ਾਂ ਤੇ ਆ ਚੁੱਕੀ ਹੈ, ਉਹਦਾ ਪਰਦਾਫਾਸ਼ ਅੱਜ ਅਸੀਂ ਤੁਹਾਡੇ ਸਾਹਮਣੇ ਕਰਨ ਲੱਗੇ ਆ। ਮਸਲਾ ਫਰਜ਼ੀ ਵੋਟਾਂ ਤੋਂ ਜੁੜਿਆ ਹੈ। ਤੁਹਾਡੇ ਅੱਗੇ ਲਿਸਟਾਂ ਵੀ ਪਈਆਂ ਨੇ ਤੇ ਕੁਝ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਸਾਡੇ ਜੋ ਲੁਧਿਆਣਾ ਵੈਸਟ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਗੋਗੀ ਜੀ ਨੇ, ਇਹਨਾਂ ਨੇ ਪਿਛਲੇ ਦਿਨਾਂ 'ਚ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਕੰਪਲੇਂਟ ਲਿਖੀ ਸੀ, ਜਿਹਦੇ 'ਚ ਇਹਨਾਂ ਨੇ ਜ਼ਿਕਰ ਕੀਤਾ ਵੀ ਮੇਰੇ ਹਲਕੇ ਦੇ ਅੰਦਰ ਬਹੁਤ ਵੱਡੀ ਗਿਣਤੀ ਦੇ ਅੰਦਰ ਫਰਜ਼ੀ ਵੋਟਾਂ ਬਣਾਈਆਂ ਗਈਆਂ ਨੇ। ਅਰਾਊਂਡ 24,000 ਫਰਜ਼ੀ ਵੋਟਾਂ ਦੀ ਕੰਪਲੇਂਟ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਅੱਗੇ ਕੀਤੀ। ਪਰ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰੀ ਮਸ਼ੀਨਰੀ ਨੂੰ ਕਿਸ ਤਰੀਕੇ ਮਿਸਯੂਜ਼ ਕੀਤਾ ਜਾ ਰਿਹਾ, ਕਿਸ ਤਰੀਕੇ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਉਹਦਾ ਇੱਕ ਜਿਉਂਦਾ ਜਾਗਦਾ ਪ੍ਰਮਾਣ ਲੁਧਿਆਣਾ ਹਲਕੇ 'ਚ ਵੇਖਣ ਨੂੰ ਮਿਲਿਆ। ਮਿਸਾਲ ਦੇ ਤੌਰ ਤੇ ਤੁਹਾਡੇ ਅੱਗੇ ਮੈਂ ਇੱਕ ਵੋਟ ਦੀ ਮਿਸਾਲ ਰੱਖਣ ਲੱਗਾ। ਵਿਕਾਸ ਜੈਨ ਕਰਕੇ ਇੱਕ ਸ਼ਖਸ ਦੀ ਵੋਟ ਇਹਨਾਂ ਦੇ ਹਲਕੇ 'ਚ ਬਣੀ ਹੈ, ਜਿਹਦਾ ਲਿਸਟ ਵਿੱਚ ਨੰਬਰ 639 ਹੈ ਤੇ 640 ਵੀ ਹੈ। ਸੀਰੀਅਲ ਨੰਬਰ 2 ਵੱਖ-ਵੱਖ ਨੇ ਪਰ ਵੋਟਰ ਕਾਰਡ ਨੰਬਰ ਅਲੱਗ ਹੈ, ਐਡਰੈਸ ਸੇਮ ਹੈ, ਫਾਦਰ ਨੇਮ ਸੇਮ ਹੈ, ਪਰ ਵੋਟਾਂ 2 ਬਣੀਆਂ ਨੇ। ਇਸ ਤਰੀਕੇ ਦੀ ਸੈਂਕੜਾ ਵੋਟਾਂ ਗੋਗੀ ਸਾਹਿਬ ਨੇ ਇਲੈਕਸ਼ਨ ਕਮਿਸ਼ਨ ਦੇ ਅੱਗੇ ਵਿਦ ਪ੍ਰੂਫ ਰੱਖੀਆਂ ਨੇ, ਪਰ ਮੈਜ ਕੁਝ ਵੋਟਾਂ ਕੱਟ ਕੇ ਬਾਕੀ ਸਾਰੀ ਵੋਟਾਂ ਅਜੇ ਤੱਕ ਵੋਟਰ ਲਿਸਟ ਵਿੱਚ ਐਗਜ਼ਿਸਟ ਕਰਦੀਆਂ ਨੇ। ਜਿੱਥੇ ਆਪਾਂ ਕਾਂਗਰਸ ਪਾਰਟੀ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਤੁਹਾਡੀ ਇਦਾਂ ਦੀ ਕੋਈ ਵੀ ਸਾਜ਼ਿਸ਼, ਕੋਈ ਵੀ ਘਟੀਆ ਹਰਕਤ ਇਸ ਵਾਰ ਇਲੈਕਸ਼ਨ 'ਚ ਕੰਮ ਨਹੀਂ ਆਉਣ ਲੱਗੀ, ਕਿਉਂਕਿ ਪੰਜਾਬ ਦੇ ਲੋਕ ਆਪਣਾ ਮਨ ਬਣਾਈ ਬੈਠੇ ਨੇ। ਪਰ ਲੋਕਤੰਤਰ ਦੀ ਇੱਕ ਮਰਿਆਦਾ ਹੁੰਦੀ ਹੈ। ਇਲੈਕਸ਼ਨ ਕਮਿਸ਼ਨ ਇੱਕ ਨਿਰਪੱਖ ਸੰਸਥਾ ਹੈਗੀ। ਅਸੀਂ ਉਹਨੂੰ ਬੇਨਤੀ ਕਰਦੇ ਹਾਂ ਕਿ ਲੋਕਾਂ ਦਾ ਜੋ ਰਾਈਟ ਹੈ ਉਹਨੂੰ ਇਨਸ਼ੋਰ ਕੀਤਾ ਜਾਵੇ, ਉਹਨੂੰ ਸਿਕਿਉਰ ਕੀਤਾ ਜਾਵੇ। ਜਿੰਨੀਆਂ ਵੀ ਵੋਟਰ ਲਿਸਟ ਵਿੱਚ ਫਰਜ਼ੀ ਵੋਟਾਂ ਨੇ, ਕਿਉਂਕਿ 1-2 ਦਿਨ ਤੱਕ ਵੋਟਰ ਲਿਸਟ ਰਿਵੀਜ਼ਨ ਦਾ ਕੰਮ ਵੀ ਕੰਪਲੀਟ ਹੋ ਜਾਏਗਾ, ਛੇਤੀ ਤੋਂ ਛੇਤੀ ਇਹ ਸਾਰੀ ਫਰਜ਼ੀ ਵੋਟਾਂ ਕੱਟੀਆਂ ਜਾਣ। ਰਿਮਾਈਂਡਰ ਦੇਣ ਤੋਂ ਬਾਅਦ ਵੀ ਅਜੇ ਤੱਕ ਇਹਦੇ ਤੇ ਕੋਈ ਖਾਸ ਕਾਰਵਾਈ ਨਹੀਂ ਹੋਈ ਤੇ ਵੋਟਰ ਲਿਸਟ ਦਾ ਰਿਵੀਜ਼ਨ ਦਾ ਕੰਮ ਕੰਪਲੀਟ ਹੋਣ ਤੋਂ ਪਹਿਲਾਂ ਸਾਰੀਆਂ ਫਰਜ਼ੀਆਂ ਵੋਟਾਂ ਕੱਟੀਆਂ ਜਾਣ। ਤੇ ਸਾਡੇ ਇਲਾਵਾ ਹੋਰ ਵੀ ਪੋਲੀਟੀਕਲ ਪਾਰਟੀਆਂ ਨੇ ਇਹ ਰਿਪਰੈਜ਼ੈਂਟੇਸ਼ਨ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਹੈ ਕਿ ਸਿਰਫ ਲੁਧਿਆਣਾ ਵੈਸਟ ਹਲਕੇ 'ਚ ਨਹੀਂ, ਪੂਰੇ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਇਸ ਤਰੀਕੇ ਨਾਲ ਬੇਹਿਸਾਬ ਫਰਜ਼ੀ ਵੋਟਾਂ ਬਣੀਆਂ ਪਈਆਂ ਨੇ। ਜੇ ਇੱਕ ਨਿਊਟਰਲ ਵੇ ਵਿੱਚ ਇਲੈਕਸ਼ਨ ਹੋਏਗਾ ਤੇ ਇਹ ਫਰਜ਼ੀ ਵੋਟਾਂ ਕੱਟਣ ਤੋਂ ਬਾਅਦ ਹੀ ਹੋਏਗਾ। ਤੇ ਮੈਂ ਫਿਰ ਇੱਕ ਵਾਰ ਤੋਂ ਜਿੱਥੇ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦਾ, ਉੱਥੇ ਕਾਂਗਰਸ ਪਾਰਟੀ ਨੂੰ ਇਹ ਚੁਣੌਤੀ ਦੇਣਾ, ਚੇਤਾਵਨੀ ਦੇਣਾ ਕਿ ਸਾਰੀਆਂ ਫਰਜ਼ੀਆਂ ਵੋਟਾਂ ਤੁਸੀਂ ਜਿੰਨੀ ਮਰਜ਼ੀ ਬਣਾ ਲਓ, ਪੰਜਾਬ ਦੇ ਲੋਕ ਆਪਣਾ ਮੂਡ ਬਣਾਈ ਬੈਠੇ ਨੇ। ਦਿੱਲੀ ਵਾਂਗ ਹਜ਼ਾਰਾਂ ਵੋਟਾਂ ਤੋਂ ਸਾਡੇ ਉਮੀਦਵਾਰ ਜਿੱਤ ਕੇ ਆਣਗੇ। ਜੇ ਤੁਸੀਂ ਕੰਮ ਕੀਤਾ ਹੁੰਦਾ ਤੇ ਤੁਹਾਨੂੰ ਇਹ ਸਾਰੀ ਸਾਜ਼ਿਸ਼ਾਂ ਕਰਨ ਦੀ ਲੋੜ ਨਹੀਂ ਪੈਂਦੀ। ਤੁਹਾਡੀ ਨਲਾਇਕ ਸਰਕਾਰ ਦੀ ਨਲਾਇਕੀ ਦਾ ਜਵਾਬ ਪੰਜਾਬ ਦੇ ਲੋਕ ਆਉਣ ਵਾਲੀ 20 ਤਰੀਕ ਨੂੰ ਦੇਣ ਨੂੰ ਤਿਆਰ ਬੈਠੇ ਨੇ। ਬਹੁਤ ਬਹੁਤ ਧੰਨਵਾਦ। ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ। ਅਜਿਹੇ ਵਿੱਚ ਰਾਜਨੇਤਾਵਾਂ ਦੀ ਨਾਰਾਜ਼ਗੀ ਵੀ ਸਾਫ਼ ਸਾਹਮਣੇ ਆ ਰਹੀ ਹੈ, ਉੱਭਰ ਕੇ ਨਿਕਲ ਰਹੀ ਹੈ। ਜਗਮੋਹਨ ਕੰਗ, ਜਿਨ੍ਹਾਂ ਨੂੰ ਖਰੜ ਤੋਂ ਟਿਕਟ ਨਹੀਂ ਦਿੱਤੀ ਗਈ, ਜਿਸ ਤੋਂ ਨਾਰਾਜ਼ ਹੋ ਕੇ ਉਹਨਾਂ ਨੇ ਕਾਂਗਰਸ ਨੂੰ ਝਟਕਾ ਦੇ ਦਿੱਤਾ ਤੇ ਕਾਂਗਰਸ ਨੂੰ ਅਲਵਿਦਾ ਆਖ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ। उधर सेक्टर 19 से पुलिस ने सफलता हासिल की। उन्होंने 6.5 ग्राम हैरोइन समेत एक आरोपी ਨੂੰ गिरफ्तार किया ਤੇ ਉਸ ਨੂੰ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ, ਜਿੱਥੇ 14 ਦਿਨ ਦੇ ਪੁਲਿਸ ਰਿਮਾਂਡ ਦੇ ਵਿੱਚ ਉਸ ਨੂੰ ਭੇਜ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਇੱਕ ਨਾਕਾਬੰਦੀ ਦੇ ਦੌਰਾਨ ਜਾਂਚ ਵਿੱਚ ਇਹ ਆਰੋਪੀ ਫੜਿਆ ਗਿਆ।
ਚੰਡੀਗੜ੍ਹ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੂੰ ਉਸ ਮੌਕੇ ਵੱਡੀ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਨਰਿੰਦਰ ਪਟਿਆਲ ਅਤੇ ਉਹਨਾਂ ਦੀ ਟੀਮ ਨੇ ਮੱਕੜ-ਜਾਲ ਬਣਾ ਕੇ 2 ਮੁੱਖ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 2 ਕੰਟਰੀ ਮੇਡ ਪਿਸਟਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਆਰੋਪੀਆਂ ਦੀ ਪਛਾਣ ਬਨੂੜ ਦੇ ਰਹਿਣ ਵਾਲੇ ਰਵੀ ਕੁਮਾਰ ਅਤੇ ਬੁੜੈਲ ਦੇ ਰਹਿਣ ਵਾਲੇ ਸੰਜੀਵ ਉਰਫ ਸੋਨੂ ਦੇ ਤੌਰ ਤੇ ਹੋਈ ਹੈ ਤੇ ਪੁਲਿਸ ਦੇ ਮੁਤਾਬਿਕ ਦੋਵਾਂ ਉੱਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਨੇ ਤਾਂ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਨੇ। ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਹਿਲ ਵੱਲੋਂ ਬਣਾਏ ਗਏ ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਆਏ ਦਿਨ ਕੋਈ ਨਾ ਕੋਈ ਵੱਡਾ ਖੁਲਾਸਾ ਕਰਦੀ ਰਹਿੰਦੀ ਹੈ ਤੇ ਇਹ ਆਰੋਪੀਆਂ ਨੂੰ ਸਲਾਖਾਂ ਦੇ ਪਿੱਛੇ ਧੱਕ ਰਹੀ ਹੈ। ਇਨ੍ਹਾਂ ਹੀ ਨਹੀਂ, ਡਿਸਟ੍ਰਿਕਟ ਕ੍ਰਾਈਮ ਸੈੱਲ ਦੀ ਟੀਮ ਨੇ ਕਈ ਨਸ਼ਾ ਤਸਕਰਾਂ ਨੂੰ ਵੀ ਸਲਾਖਾਂ ਦੇ ਪਿੱਛੇ ਭੇਜਿਆ ਹੈ ਅਤੇ ਚੰਡੀਗੜ੍ਹ ਦੇ ਵਿੱਚ ਨਜਾਇਜ਼ ਕਾਰੋਬਾਰ ਕਰਨ ਵਾਲੇ ਇਹਨਾਂ ਕਾਲੇ ਕਾਰੋਬਾਰੀਆਂ ਨੂੰ ਵੀ ਇਹ ਟੀਮ ਜੇਲ੍ਹ ਭੇਜ ਚੁੱਕੀ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਵੱਲੋਂ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਵੀ ਪ੍ਰਦਰਸ਼ਨ ਤੇ ਜਾਵੇਗਾ ਉਸ ਨੂੰ ਨੋ ਵਰਕ ਨੋ ਪੇ ਦੇ ਤਹਿਤ ਹੀ ਜਾਣਾ ਹੋਵੇਗਾ। ਇਸ ਦੇ ਬਾਵਜੂਦ ਪ੍ਰਦਰਸ਼ਨ ਲਗਾਤਾਰ ਜਾਰੀ ਰਿਹਾ। ਸੈਕਟਰ 17 ਦੇ ਵਿੱਚ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਨਾਲੋਂ ਨਾਲ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿੱਥੇ ਇੱਕ ਪਾਸੇ ਸਾਰੇ ਸਰਕਾਰੀ ਵਿਭਾਗਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ, ਉੱਥੇ ਹੀ ਬਿਜਲੀ ਵਿਭਾਗ ਦਾ ਵੀ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਵਰਕਰ ਯੂਨੀਅਨ ਦੇ ਪ੍ਰਦਰਸ਼ਨ ਵਿੱਚ ਜਾਣ ਤੋਂ ਪਹਿਲਾਂ ਸਾਰੇ ਬਿਜਲੀ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਵੀ ਕਰਮਚਾਰੀ ਪ੍ਰਦਰਸ਼ਨ 'ਚ ਗਿਆ ਤਾਂ ਉਸ ਤੇ ਨੋ ਵਰਕ ਨੋ ਪੇ ਦੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਤੋਂ ਲਾਗੂ ਕੀਤਾ ਜਾਏਗਾ। ਬਾਵਜੂਦ ਇਸ ਦੇ ਯੂਟੀ ਪਾਵਰਮੈਨ ਯੂਨੀਅਨ ਵੱਲੋਂ ਸੈਕਟਰ 17 ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹਨਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਯੂਨੀਅਨ ਦਾ ਕਹਿਣਾ ਸੀ ਕਿ ਚੰਡੀਗੜ੍ਹ ਵਿੱਚ ਪੂਰੇ ਦੇਸ਼ ਵਿੱਚ ਸਭ ਤੋਂ ਸਸਤੀ ਬਿਜਲੀ ਦਿੱਤੀ ਜਾਂਦੀ ਸੀ। ਉਸ ਦੇ ਬਾਵਜੂਦ ਬਿਜਲੀ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਹ ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹਨ ਅਤੇ ਇਸ ਨੂੰ ਲੈ ਕੇ ਉਹਨਾਂ ਨੇ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ। ਬਾਵਜੂਦ ਇਸ ਦੇ ਪ੍ਰਸ਼ਾਸਨ ਨੇ ਆਪਣੀ ਮਨਮਰਜ਼ੀ ਦੇ ਤਹਿਤ ਕੰਪਨੀ ਦਾ टेंडर भी लगा देता है। आज जो बिजली कर्मचारियों की हड़ताल हो रही है, ये हड़ताल सरकार की जो प्रॉफिट मेकिंग बिजली का डिपार्टमेंट है, सस्ती बिजली दे रहा है, उसको कौड़ियों के भाव बेचा जा रहा है। 25,000 की करोड़ की प्रॉपर्टी 871 करोड़ में जो है सरकार बेच रही है। इसके विरोध में ये हड़ताल हो रही है और इस हड़ताल में जितने बिजली डिपार्टमेंट के कर्मचारी हैं, उन कर्मचारियों के हित के लिए सरकार ने अभी तक भी कोई कदम नहीं उठाया है। जबकि ये प्रोसेस शुरू करने से पहले मुलाजमों के सेवा सुरक्षाएँ, पेंशनरी बेनिफिट सुरक्षित रखने के लिए सरकार को ट्रांसफ़र पॉलिसी लेके आनी चाहिए थी। उसके बाद ये प्रोसेस शुरू होना चाहिए था, लेकिन सरकार ने सबसे पहले इस डिपार्टमेंट को बेचने के लिए कंपनी तय कर दी, लेकिन अभी तक भी जो है वो ट्रांसफ़र पॉलिसी सामने नहीं है। मुलाजिमों का भविष्य क्या होएगा, इसके बारे में सरकार बिल्कुल खामोश है और मुलाजिमों के परिवार से खिलवाड़ कर रही है। इसके विरोध में आज बिजली के कर्मचारियों की चंडीगढ़ में ये हड़ताल हो रही है और इस हड़ताल के विरोध में पूरे देश में जो हमारी नेशनल कोऑर्डिनेशन कमेटी इलेक्ट्रिसिटी एम्प्लॉयज इंजीनियर्स हैं, उनके आह्वान पर सारे देश में बिजली के इंजीनियर्स और एम्प्लॉयज भी पूरे देश में प्रोटेस्ट कर रहे हैं। ਜਿਹੜੀ ਅੱਜ ਹੜਤਾਲ ਕੀਤੀ ਜਾ ਰਹੀ ਹੈ, ਅਸੀਂ ਲਗਭਗ 2 ਸਾਲ ਤੋਂ ਜਦੋਂ ਤਾਂ ਇਹਨਾਂ ਨੇ ਸਰਕਾਰ ਨੇ ਮਹਿਕਮਾ ਵੇਚਣਾ ਚਾਲੂ ਕੀਤਾ, ਉਦੋਂ ਅਸੀਂ ਪ੍ਰੋਟੈਸਟ ਧਰਨੇ ਚਾਲੂ ਕੀਤੇ, ਲੇਕਿਨ ਸਾਡੀ ਗੱਲ ਨੂੰ ਬਿਲਕੁਲ ਅਣਗੌਲਿਆ ਕਰਕੇ ਨਾ ਸੁਣਿਆ ਗਿਆ। ਅਸੀਂ ਕੋਰਟਾਂ ਵਿੱਚ ਵੀ ਗਏ, ਕੋਰਟਾਂ 'ਚ ਅਸੀਂ ਰਿਲੀਫ ਨਹੀਂ ਲੈ ਪਾਇਆ ਤਾਂ ਕਿਉਂਕਿ ਅਜੇ ਤੱਕ ਸਬ ਜੁਡਾਈਸ ਹੈ ਮੈਟਰ। ਲੇਕਿਨ ਸਰਕਾਰ ਨੇ ਕੋਰਟਾਂ ਦੇ ਵਿੱਚ ਕਿਹਾ ਗਿਆ ਸੀਗਾ ਕਿ ਜੋ ਫੈਸਲਾ ਹੋਣਾ ਪ੍ਰਾਈਵੇਟ ਕਰਨ ਦਾ ਇਹਨਾਂ ਨੇ ਕੀਤਾ ਜਾ ਰਿਹਾ ਹੈ, ਕਿਉਂਕਿ ਪਹਿਲੀ ਗੱਲ ਤਾਂ ਕੋਈ ਤੁੱਕ ਹੀ ਨਹੀਂ ਬਣਦਾ ਸੀ ਚੰਡੀਗੜ੍ਹ ਦੇ ਬਿਜਲੀ ਡਿਪਾਰਟਮੈਂਟ ਨੂੰ ਵੇਚਣ ਦਾ, ਕਿਉਂਕਿ ਇਹ ਮਹਿਕਮਾ ਪ੍ਰੋਫਿਟ ਮੇਕਿੰਗ ਮਹਿਕਮਾ ਪੂਰੇ ਦੇਸ਼ ਦੇ ਵਿੱਚ ਵਧੀਆ ਸੇਵਾਵਾਂ ਦੇ ਰਿਹਾ ਹੈ। ਚੰਡੀਗੜ੍ਹ ਦੇ ਲੋਕੀ ਵੀ ਚੰਡੀਗੜ੍ਹ ਦੇ ਬਿਜਲੀ ਮਹਿਕਮੇ ਤੋਂ ਬਹੁਤ ਖੁਸ਼ ਹੈ ਔਰ ਅਸੀਂ ਜਿਹੜਾ ਟੈਰਿਫ ਰੇਟ ਹੈ ਸਾਡਾ ਪੂਰੇ ਦੇਸ਼ ਦੇ ਵਿੱਚ ਸਭ ਤੋਂ ਘੱਟ ਹੈ, ਸੇਵਾਵਾਂ ਸਭ ਤੋਂ ਬਿਹਤਰ ਹੈ। ਲਗਭਗ 5 ਸਾਲ ਤੋਂ ਬੈਠ ਯੂਟਿਲਿਟੀ ਦਾ ਅਵਾਰਡ ਲੈ ਰਹੇ ਹਾਂ। ਅਸੀਂ ਲਗਾਤਾਰ ਪ੍ਰੋਫਿਟ ਅਰਨ ਕਰ ਰਹੇ ਹਾਂ। ਪਿਛਲੇ ਸਾਲ ਵੀ ਲਗਭਗ 300 ਕਰੋੜ ਦੇ ਕਰੀਬ ਮੁਨਾਫਾ ਕੱਟ ਕੇ ਦਿੱਤਾ ਗਵਰਨਮੈਂਟ ਨੂੰ। ਉਹਦੇ ਬਾਵਜੂਦ ਵੀ ਸਰਕਾਰ ਨੇ ਸਾਡੀ ਗੱਲ ਨੂੰ ਬਿਲਕੁਲ ਅਣਗੌਲਿਆ ਕਰਕੇ ਨਹੀਂ ਸੁਣਿਆ ਗਿਆ ਔਰ ਸਾਨੂੰ ਸਾਡੀ ਮਰਜ਼ੀ ਦੇ ਖਿਲਾਫ ਬਿਨਾਂ ਪੁੱਛੇ ਹੋਇਆ ਅੱਜ ਸਾਡਾ ਟੈਂਡਰ ਕੰਪਲੀਟ ਕਰ ਦਿੱਤਾ ਗਿਆ ਹੈ
ਜਿਹੜਾ ਕਿ ਐਮੀਨੈਂਟ ਕੰਪਨੀ ਨੇ ਹਾਈਐਟ ਬਿਡਰ ਹੈ ਔਰ ਕਲਕੱਤਾ ਦੀ ਕੰਪਨੀ ਹੈ, ਉਹ ਕੰਪਨੀ ਨੂੰ ਵੇਚਣ ਦੇ ਲਈ ਵੇਚ ਦਿੱਤਾ ਗਿਆ ਲਗਭਗ, ਲੇਕਿਨ ਉਸ ਦੇ ਬਾਵਜੂਦ ਮੁਲਾਜ਼ਮਾਂ ਦੀ ਗੱਲਾਂ ਨਹੀਂ ਸੁਣੀਆਂ ਜਾ ਰਹੀਆਂ। ਜ਼ਿਕਰਯੋਗ ਹੈ ਕਿ ਭਾਰੀ ਮੁਨਾਫੇ ਦੇ ਬਾਵਜੂਦ ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੇ ਇਲੈਕਟ੍ਰਿਸਿਟੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇ ਚੁੱਕਿਆ ਹੈ। यूनियन का इल्जाम है कि प्रशासन ने पंजाब एंड हरियाणा हाई कोर्ट के फरवरी 2021 के आदेशों की उल्लंघना की है। उस विच हाई कोर्ट ने कहा कि प्रशासन द्वारा निजीकरण के मामले में कोई कार्रवाई हाई कोर्ट के अंतिम फैसले उत्ते निर्भर रहेगी। हालांकि इस दे बावजूद प्रशासन द्वारा निजीकरण की कार्रवाई अगे वधाते हुए टेंडर जारी कर दिते हैं, जिस दे बाद कैबिनेट विच भी इस नूं कॉल करवा लिया है। ये हाई कोर्ट के आदेशों की उल्लंघना बनती है। जगबाणी टीवी ਲਈ चंडीगढ़ तो भगवत सिंह की रिपोर्ट। उधर चंडीगढ़ ਦੇ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇੱਥੇ ਇੱਕ ਚੋਰ ਬੜੇ ਹੀ ਆਰਾਮ ਦੇ ਨਾਲ ਐਕਟਿਵਾ ਚੋਰੀ ਕਰਕੇ ਲੈ ਗਿਆ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਹਾਲਾਂਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ। ट्राई सिटी में चोरी की वारदातें दिनों दिन बढ़ती जा रही है। ऐसे में चोरों के हौसले इतने बुलंद हो चुके हैं कि वो ना तो दिन देखते हैं और ना ही रात। बस चोरी की वारदात को अंजाम देकर बड़ी आसानी से रफू चक्कर हो जाते हैं। ऐसे ही वाहन चोरी का मामला थाना जीरकपुर का सामने आया है, जहां मनीमाजरा के रहने वाले शैंकी नामक युवक अपनी एक्टिवा खड़ी कर कुछ सामान लेने के लिए गया और कुछ ही मिनटों में वापस लौट आया। वापस लौटने के बाद शैंकी ने देखा तो उसकी एक्टिवा गायब थी, जिसके बाद उसने इधर उधर तलाश की और इसकी जानकारी पुलिस को दी। मौके पर पहुंची पुलिस ने आसपास लगे सीसीटीवी कैमरे को खंगाला तो सामने आया कि दो सरदार बाइक पर आते हैं और सिर्फ 1 मिनट में एक्टिवा लेकर रफू चक्कर हो जाते हैं। वीडियो से साफ जाहिर होता है कि ट्राई सिटी में चोरों के हौसले बुलंद हैं। इन्हें ना तो पुलिस का डर है और ना ही तीसरी आंख यानी कि सीसीटीवी कैमरे का खौफ। ये चोर बेखौफ होकर चोरी की वारदातों को अंजाम दे रहे हैं, लेकिन सीसीटीवी कैमरे में इन चोरों की तस्वीरें कैद होने के बावजूद भी पुलिस फकीर बनी हुई है और ना जाने थाना पुलिस कौन सा ऐसा चक्रव्यूह रच रही है कि जिससे चोर खुद ब खुद उस चक्रव्यूह में आकर फंसे। ऐसी स्थिति में साफ जाहिर होता है कि पुलिस सुस्त है और चोर ज्यादा चुस्त। पंजाब केसरी टीवी के लिए चंडीगढ़ से कुलदीप कुमार की रिपोर्ट। रुक मौसम ਵੱਲ ਕਰ ਲੈਣੇ ਤੇ ਦੱਸ ਦਿੰਦੇ ਆ ਕਿ ਅੱਜ ਜਦੋਂ ਫਰਵਰੀ ਮਹੀਨੇ ਦਾ ਪਹਿਲਾ ਦਿਨ ਸੀ ਤਾਂ ਮੌਸਮ ਨੇ ਕਰਵਟ ਲੈਂਦੇ ਹੋਏ ਧੁੱਪ ਨਹੀਂ ਬਲਕਿ ਸਵੇਰੇ ਧੁੰਦ ਦੀ ਚਾਦਰ ਦੇ ਨਾਲ ਦਿਨ ਟਕਿਆ ਹੋਇਆ ਨਜ਼ਰ ਆਇਆ। ਹਾਲਾਂਕਿ ਬਾਅਦ ਦੇ ਵਿੱਚ ਧੁੱਪ ਜ਼ਰੂਰ ਆਈ ਸੀ, ਪਰ ਠੰਡੀਆਂ ਹਵਾਵਾਂ ਨੇ ਮੌਸਮ ਨੂੰ ਸਰਦ ਹੀ ਰੱਖਿਆ। फरवरी का महीना शुरू हो गया है ਅਤੇ ਪੂਰੇ ਦੀ ਮਾਰ ਜਨਤਾ ਉੱਤੇ ਪੈਣ ਲੱਗੀ ਹੈ। ਪੂਰੇ ਉੱਤਰ ਭਾਰਤ ਵਿੱਚ ਮੰਗਲਵਾਰ ਨੂੰ ਕੋਹਰਾ ਜ਼ਬਰਦਸਤ ਤਰੀਕੇ ਨਾਲ ਛਾਇਆ ਹੋਇਆ ਹੈ। ਇੰਨੀ ਠੰਡ ਨੇ ਲੋਕਾਂ ਦੇ ਜੀਵਨ ਤੇ ਪ੍ਰਭਾਵ ਪਾਇਆ ਹੈ। ਪੂਰੇ ਦੀ ਵਜ੍ਹਾ ਕਰਕੇ ਸੜਕ ਉੱਤੇ ਚੱਲਣ ਵਾਲੇ ਟ੍ਰੈਫਿਕ ਹੌਲੀ ਸਪੀਡ ਨਾਲ ਚੱਲਦਾ ਨਜ਼ਰ ਆਇਆ ਹੈ। ਉੱਥੇ ਹੀ ਜੇਕਰ 에ਅਰ ਟ੍ਰੈਫਿਕ ਦੀ ਗੱਲ ਕਰੀਏ ਤਾਂ ਉੱਥੇ ਵੀ ਪੂਰੇ ਦਾ ਅਸਰ ਨਜ਼ਰ ਆਇਆ। इसी के चलते दोपहर 12 बजे तो बाद मौसम साफ हो गया, जिस तो बाद सूरज देवता ने लोगों को दर्शन दिते ते लोगों ने राहत की साह लई, क्योंकि सवेरे तो जिन्हां लोगों ने अपने कामां ते आउणा सी उन्हां नूं इन्नी धुंद के कारण काफ़ी मुश्किलों का सामना करना पिया। जगबाणी टीवी ਲਈ ਕੁਲਦੀਪ ਕੁਮਾਰ ਦੀ ਰਿਪੋर्ट। ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 16.6 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਇਸ ਬੁਲੇਟਿਨ ਦੇ ਵਿੱਚ ਪਾਸੇ ਨਹੀਂ ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।